35 ਸਾਲਾਂ ਬਾਅਦ ਆਪਣੀ ਮਾਂ ਨੂੰ ਮਿਲਣ ਵਾਲੇ ਪੁੱਤ ਬਾਰੇ ਤੁਸੀਂ ਸੁਣਿਆ ਹੋਣਾ। ਕੱਲ ਇਹ ਖਬਰ ਚਰਚਾ ਦੇ ਵਿੱਚ ਰਹੀ ਹੈ। ਬਹੁਤ ਸਾਰੇ ਨਿਊਜ਼ ਚੈਨਲਾਂ ਨੇ ਉਸ ਨੌਜਵਾਨ ਦੇ ਨਾਲ ਗੱਲ ਕੀਤੀ ਹੈ, ਜਿਸ ਤੋਂ ਬਾਅਦ ਕੁਝ ਤੱਥ ਸਾਹਮਣੇ ਆਏ ਨੇ ਕਿ ਆਖਰਕਾਰ ਕੌਣ ਹੈ ਇਹ ਨੌਜਵਾਨ, ਕਿਵੇਂ ਆਪਣੀ ਮਾਂ ਨੂੰ ਮਿਲਿਆ ਤੇ ਕਿਵੇਂ ਇਹ ਵੀਡੀਓ ਸਾਹਮਣੇ ਆਈ, ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ। ਅਸਲ 'ਚ ਜਗਜੀਤ ਸਿੰਘ ਜਾਂ ਫਿਰ ਭਾਈ ਜਗਜੀਤ ਸਿੰਘ ਕਾਦੀਆਂ ਇਹ ਉਹ ਨੌਜਵਾਨ ਹੈ ਜੋ ਕਿ ਜਦ ਇਲਾਹੀ ਬਾਣੀ ਦਾ ਕੀਰਤਨ ਕਰਦਾ ਹੈ ਤਾਂ ਲੋਕ ਮੰਤਰ ਮੁਗਧ ਹੋ ਕੇ ਸੁਣਦੇ ਨੇ, ਲੋਕ ਗੁਰੂ ਦੇ ਲੜ ਲੱਗਦੇ ਨੇ। ਜਗਜੀਤ ਸਿੰਘ ਕਾਦੀਆਂ ਦੀ ਜ਼ਿੰਦਗੀ ਕਾਫੀ ਮੁਸ਼ਕਲਾਂ ਭਰੀ ਰਹੀ ਹੈ। ਬਚਪਨ ਦੇ ਵਿੱਚ ਹੀ ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਠ ਚੁੱਕਿਆ ਸੀ। 6 ਮਹੀਨੇ ਦਾ ਸੀ ਜਦੋਂ ਪਿਤਾ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ। ਉਸ ਤੋਂ ਬਾਅਦ ਮਾਂ ਤੋਂ ਦੂਰ ਹੋ ਗਿਆ। ਦਾਦਕਿਆਂ ਤੇ ਨਾਨਕਿਆਂ 'ਚ ਕੁਝ ਆਪਸੀ ਗੱਲਬਾਤ ਹੋਈ, ਜਿਸ ਤੋਂ ਬਾਅਦ ਇਹ ਬੱਚਾ ਦਾਦਕਿਆਂ ਕੋਲ ਹੀ ਰਿਹਾ, ਆਪਣੇ ਦਾਦਾ ਦਾਦੀ ਕੋਲ ਹੀ ਰਿਹਾ। ਉਹਨਾਂ ਨੇ ਹੀ ਪਾਲਣ ਪੋਸ਼ਣ ਕੀਤਾ ਸੀ ਜਗਜੀਤ ਸਿੰਘ ਦਾ। ਹਰਿਆਣੇ 'ਚ ਜਨਮ ਹੋਇਆ, ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਕਾਦੀਆਂ 'ਚ ਆ ਗਏ। ਕਾਦੀਆਂ 'ਚ ਰਿਹਾ। ਇੱਥੇ ਦਾਦਾ ਦਾਦੀ ਨੇ ਮਾਂ-ਬਾਪ ਵਾਲਾ ਪਿਆਰ ਦਿੱਤਾ। ਜਗਜੀਤ ਇਹੀ ਸਮਝਦਾ ਰਿਹਾ ਕਿ ਉਸਦੇ ਦਾਦਾ ਦਾਦੀ ਹੀ ਉਸਦੇ ਮਾਂ-ਬਾਪ ਨੇ। 10ਵੀਂ 'ਚ ਜਾ ਕੇ ਇਹ ਸਭ ਕੁਝ ਬਦਲ ਜਾਂਦਾ। 10ਵੀਂ 'ਚ ਜਾ ਕੇ ਜਗਜੀਤ ਨੂੰ ਪਤਾ ਲੱਗਿਆ ਕਿ ਇੱਕ ਐਲਬਮ ਹੈ। ਉਸਨੇ ਐਲਬਮ ਦੇਖੀ ਤੇ ਆਪਣੇ ਦਾਦਾ ਨੂੰ ਜਾ ਕੇ ਪੁੱਛਦਾ ਏ ਕਿ ਆਖਰਕਾਰ ਇਹ ਐਲਬਮ ਦੇ ਵਿੱਚ ਦਿਖਾਈ ਦੇਣ ਵਾਲੇ ਕੌਣ ਨੇ। ਤਾਂ ਦਾਦਾ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਤੇਰੇ ਮਾਂ-ਬਾਪ ਨੇ, ਪਰ ਇਹਨਾਂ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਹੈ। ਸਮਾਂ ਬੀਤਦਾ ਜਾਂਦਾ ਏ, ਦਾਦੀ ਦੀ ਵੀ ਮੌਤ ਹੋ ਜਾਂਦੀ ਹੈ, ਉਸਦੇ ਦਾਦਾ ਵੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ। ਪਰ ਆਪਣੇ ਜਾਣ ਤੋਂ ਪਹਿਲਾਂ ਜਗਜੀਤ ਦਾ ਵਿਆਹ ਕਰਵਾ ਜਾਂਦੇ ਨੇ। ਵਿਆਹ ਹੋ ਜਾਂਦਾ ਹੈ। ਜਗਜੀਤ ਨਾਲੋਂ ਨਾਲ ਸੇਵਾ ਦੇ ਵਿੱਚ ਵੀ ਲੱਗ ਜਾਂਦਾ ਹੈ। ਉਹ ਖਾਲਸਾ ਏਡ ਤੇ ਭਾਈ ਕਨਈਆ ਸੇਵਾ ਸੁਸਾਇਟੀ ਵਰਗੀ ਸੰਸਥਾਵਾਂ ਦੇ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਹੈ। ਬਜ਼ੁਰਗਾਂ ਦੀ ਸੇਵਾ ਕਰਦਾ। ਕਈ ਬਜ਼ੁਰਗਾਂ ਦਾ ਉਸਨੇ ਇਲਾਜ ਵੀ ਕਰਾਇਆ। ਤਾਂ ਇਹ ਨੌਜਵਾਨ ਹੜ੍ਹ ਪੀੜਤਾਂ ਦੀ ਇਸੇ ਤਰ੍ਹਾਂ ਸੇਵਾ ਕਰ ਰਿਹਾ ਸੀ। ਪਟਿਆਲੇ ਦੇ ਕਰੀਬ ਜਾਂਦਾ ਏ ਤੇ ਇਸ ਨੂੰ ਇਹ ਵੀ ਅੰਦਾਜ਼ਾ ਹੋ ਚੁੱਕਿਆ ਸੀ ਕਿ ਇਸ ਦੀ ਮਾਂ ਜ਼ਿੰਦਾ ਹੈ। ਕੁਝ ਸਾਲ ਪਹਿਲਾਂ ਹੀ ਇਸ ਨੂੰ ਪਤਾ ਲੱਗ ਚੁੱਕਿਆ ਸੀ ਕਿ ਮਾਂ ਜ਼ਿੰਦਾ ਹੈ। ਉਹ ਵੀ ਨਾਲੋਂ ਨਾਲ ਭਾਲ ਜਾਰੀ ਰੱਖੇ ਹੋਏ ਸੀ। ਪਟਿਆਲਾ ਗਿਆ ਤਾਂ ਅਚਾਨਕ ਉਹ ਭੂਆ, ਜਿਸ ਨੇ ਪਹਿਲਾਂ ਕਦੇ ਨਹੀਂ ਕੁਝ ਬੋਲਿਆ, 34 ਸਾਲਾਂ ਤੱਕ ਆਪਣੀ ਜ਼ੁਬਾਨ ਤੇ ਜ਼ਿੰਦਾ ਲਾ ਕੇ ਰੱਖਿਆ, ਉਹਨਾਂ ਨੇ ਫੋਨ ਕੀਤਾ। ਫੋਨ ਕਰਕੇ ਕਿਹਾ ਜਗਜੀਤ ਨੂੰ ਕਿ ਸ਼ਾਇਦ ਤੇਰੇ ਨਾਨਕੇ ਇਸੇ ਪਾਸੇ ਸੀ। ਬਸ ਫਿਰ ਕੀ ਸੀ। ਜਿਵੇਂ ਹੀ ਪਤਾ ਲੱਗਿਆ, ਜਗਜੀਤ ਨੇ ਠਾਣ ਲਈ ਕਿ ਉਹ ਹੁਣ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ। ਉਸਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਫਿਰ ਇੱਥੇ ਮਿਲਣ ਦਾ ਫੈਸਲਾ ਕੀਤਾ। ਮਿਲਣ ਦੇ ਲਈ ਆਇਆ ਤੇ ਆਪਣੇ ਨਾਨਕਿਆਂ ਦਾ ਘਰ ਲੱਭ ਰਿਹਾ। ਜਦ ਨਾਨਕਿਆਂ ਦਾ ਘਰ ਲੱਭਿਆ ਤਾਂ ਗੱਲਾਂ ਬਾਤਾਂ ਦੇ ਵਿੱਚ ਜਗਜੀਤ ਨੂੰ ਪਤਾ ਲੱਗ ਗਿਆ ਕਿ ਹਾਂਜੀ, ਇਹੀ ਉਸਦੇ ਨਾਨਕਿਆਂ ਦਾ ਘਰ ਹੈ। ਉਸ ਤੋਂ ਬਾਅਦ ਦੀਆਂ ਤਸਵੀਰਾਂ ਸਭ ਨੇ ਦੇਖੀਆਂ ਨੇ। ਜਗਜੀਤ ਨੇ ਖੁਦ ਇਸ ਸਾਰੀ ਘਟਨਾ ਬਾਰੇ ਦੱਸਿਆ। ਦੇਖੋ ਜੀ, ਮਾਂ ਦਾ ਪਤਾ ਤੇ ਪਹਿਲਾਂ ਸਟਾਰਟਿੰਗ ਤੋਂ ਕੁਝ ਨਹੀਂ ਸੀ ਪਤਾ। ਜਦੋਂ ਮੇਰੇ ਦਾਦੀ ਦਾਦਾ ਜੀ ਹਰਿਆਣਾ ਪੁਲਿਸ ਦੇ ਵਿੱਚ ਜੌਬ ਕਰਦੇ ਸੀ, ਮੇਰੇ ਦਾਦਾ ਜੀ, ਤਾਂ ਉੱਥੇ ਹੀ ਮੇਰੇ ਫਾਦਰ ਸਾਹਿਬ ਦੀ ਮੈਰਿਜ ਹੁੰਦੀ ਹੈ। ਤਾਂ ਮੈਰਿਜ ਤੋਂ ਬਾਅਦ ਮੇਰੇ ਜਿਹੜੇ ਫਾਦਰ ਸਾਹਿਬ ਆ, ਉਹਨਾਂ ਦੀ ਐਕਸੀਡੈਂਟ ਕਰਕੇ ਮੌਤ ਹੋ ਜਾਂਦੀ। ਮੈਂ ਉਦੋਂ 6 ਮਹੀਨਿਆਂ ਦਾ ਸੀ। ਤਾਂ ਉਸ ਤੋਂ ਬਾਅਦ ਮੇਰੀ ਮਾਂ ਜਿਹੜੀ ਹੈ ਉਹ ਮੈਨੂੰ ਪਾਲਦੀ ਹੈ ਸਾਲ 2 ਸਾਲ 3 ਸਾਲ ਸ਼ਾਇਦ, ਜਿਸ ਚੀਜ਼ ਦਾ ਮੈਨੂੰ ਕੁਝ ਨਹੀਂ ਪਤਾ ਜਿਹੜਾ ਮੈਨੂੰ ਦੱਸਿਆ ਗਿਆ। ਤਾਂ ਮੇਰੇ ਨਾਨਕਾ ਪਰਿਵਾਰ ਤੇ ਮੇਰਾ ਦਾਦਕਾ ਪਰਿਵਾਰ, ਉਹਨਾਂ ਦੀ ਆਪਸ ਦੇ ਵਿੱਚ ਪਤਾ ਨਹੀਂ ਕੀ ਗੱਲ ਹੋਈ ਆ, ਕੀ ਸਮਝੌਤਾ ਹੋਇਆ ਸੀਗਾ। ਤਾਂ ਜਿਸ ਕਾਰਨ ਕਰਕੇ ਮੇਰੀ ਮਾਂ ਮੈਨੂੰ ਛੱਡਣਾ ਨਹੀਂ ਸੀ ਚਾਹੁੰਦੀ, ਪਰ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਮੇਰੀ ਮਾਂ ਨਾਲੋਂ ਮੈਨੂੰ ਜਿਹੜਾ ਵਿਛੋੜਿਆ ਗਿਆ, ਦੂਰ ਕੀਤਾ ਗਿਆ। ਤਾਂ ਉਸ ਤੋਂ ਬਾਅਦ ਸਮਾਂ ਬੀਤਿਆ। ਰਿਟਾਇਰਮੈਂਟ ਤੋਂ ਬਾਅਦ ਮੇਰੇ ਦਾਦੀ ਦਾਦਾ ਸਿੱਧੇ ਇੱਥੇ ਪੰਜਾਬ ਦੇ ਵਿੱਚ ਆ ਗਏ। ਕਾਦੀਆਂ ਸ਼ਹਿਰ ਦੇ ਵਿੱਚ ਆਪਾਂ ਰਹਿਣ ਲੱਗੇ। ਤਾਂ 10ਵੀਂ ਤੱਕ ਮੈਂ ਆਪਣੇ ਦਾਦੀ ਦਾਦਾ ਨੂੰ ਹੀ ਆਪਣਾ ਪੇਰੈਂਟ ਸਮਝਦਾ ਰਿਹਾ। ਮੇਰੇ ਮਾਤਾ ਪਿਤਾ ਉਹੀ ਸੀ, ਕਿਉਂਕਿ ਹੈ ਵੀ ਸੀ। ਉਹਨਾਂ ਨੇ ਮੈਨੂੰ ਪਾਲਿਆ ਸੀ, ਇੱਥੋਂ ਤੱਕ ਇਸ ਮੁਕਾਮ ਤੱਕ ਪਹੁੰਚਾਇਆ। ਉਹਨਾਂ ਦਾ ਬੜਾ ਵੱਡਾ ਰੋਲ ਸੀ। ਤਾਂ ਜਦੋਂ ਮੈਂ ਦਾਦੀ ਦਾਦਾ ਦਾ ਪਿਆਰ ਲੈਣਾ ਸ਼ੁਰੂ ਕੀਤਾ, ਮਾਂ ਦੀ ਮਮਤਾ ਕੀ ਹੁੰਦੀ ਹੈ ਮੈਨੂੰ ਦਾਦੀ ਨੇ ਦਿੱਤੀ। ਤਾਂ ਉਸ ਤੋਂ ਬਾਅਦ 10ਵੀਂ ਤੋਂ ਬਾਅਦ ਮੇਰੀ ਦਾਦੀ ਜੀ ਦੀ ਮੌਤ ਹੋ ਗਈ। ਮਤਲਬ ਕਿ ਮੈਂ ਇਹ ਕਹਿ ਸਕਦਾ ਹਾਂ ਕਿ ਮੈਂ 34 ਸਾਲਾਂ ਤੱਕ, ਹੁਣ ਤੱਕ ਮੈਨੂੰ ਗੁਰੂ ਸਾਹਿਬ ਨੇ ਦੁਨਿਆਵੀ ਚੀਜ਼ਾਂ ਸਾਰੀਆਂ ਦਿੱਤੀਆਂ, ਪਰ ਜਿਹੜੇ ਰਿਸ਼ਤੇ ਸੀ ਉਹ ਹੱਥ 'ਚ ਦੇ ਕੇ ਖੋਲੇ ਸਾਰੇ। ਪਹਿਲਾਂ ਮੇਰੀ ਫਾਦਰ ਸਾਹਿਬ ਦੀ ਮੌਤ ਹੁੰਦੀ ਹੈ, ਫਿਰ ਦੂਜੇ ਨੰਬਰ 'ਤੇ ਮੇਰੀ ਮਾਂ ਮੈਨੂੰ ਚਲ ਜਾਂਦੀ ਹੈ ਛੱਡ ਕੇ। ਉਸ ਤੋਂ ਬਾਅਦ ਮੈਂ ਆਪਣਾ ਸਾਰਾ ਕੁਝ ਦਾਦੀ ਦਾਦੀ ਨੂੰ ਮੰਨਿਆ, ਮੇਰੀ ਦਾਦੀ ਚਲੇ ਗਈ। ਉਸ ਤੋਂ ਬਾਅਦ ਫਿਰ ਜਦੋਂ ਮੈਂ 10th ਤੋਂ ਬਾਅਦ ਆਪ ਖਾਣਾ ਪਾਣੀ ਬਣਾਉਣਾ ਸ਼ੁਰੂ ਕੀਤਾ, ਪੜ੍ਹਾਈ ਵੀ ਨਾਲ ਕਰਨੀ, ਘਰ ਦੀ ਦੇਖ ਰੇਖ ਕਰਨੀ ਸ਼ੁਰੂ ਕੀਤੀ। ਤਾਂ ਉਸ ਦੌਰਾਨ ਮੈਨੂੰ ਮੇਰੇ ਘਰ ਦੇ ਵਿੱਚੋਂ ਐਲਬਮ ਇੱਕ ਲੱਭਦੀ ਹੈ ਮੇਰੇ ਮੰਮੀ ਪਾਪਾ ਦੀ ਮੈਰਿਜ ਦੀ। ਤਾਂ ਮੈਂ ਬੜਾ ਉਦੋਂ ਹੈਰਾਨ ਹੋਇਆ, ਸੋਚਿਆ ਕਿ ਮਤਲਬ ਮੈਂ ਸੋਚਦਾ ਸੀ ਕਿ ਸ਼ਾਇਦ ਇਹ ਮੇਰੇ ਦਾਦੀ ਦਾਦਾ ਆ, ਇੰਨੇ ਓਲਡ ਕਿਉਂ ਆ, ਪਰ ਉਹ
ਸੱਚ ਇਹ ਹੋਇਆ, ਮੈਂ ਜਦੋਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਇਹ ਕੌਣ ਆ, ਤੇ ਫਿਰ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਇਹ ਤੇਰੇ ਮੰਮੀ ਪਾਪਾ ਨੇ ਜਿਨ੍ਹਾਂ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ ਹੈ। ਯਾਨੀ ਕਿ ਮੈਨੂੰ ਇਹ ਨਹੀਂ ਸੀ ਉਹਨਾਂ ਨੇ ਦੱਸਿਆ ਕਿ ਤੇਰੀ ਮਾਂ ਜਿਹੜੀ ਅਜੇ ਵੀ ਹੈ ਇਸ ਦੁਨੀਆ ਤੇ। ਫਿਰ ਉਦੋਂ ਮੈਨੂੰ ਇੱਕ ਝਟਕਾ ਲੱਗਾ ਕਿ ਯਾਰ ਮੈਂ ਮਤਲਬ ਜਿਨ੍ਹਾਂ ਨੇ ਮੈਨੂੰ ਪੈਦਾ ਕੀਤਾ ਹੈ ਉਹ ਮੈਂ ਵੇਖੇ ਵੀ ਨਹੀਂ ਅੱਜ ਤੱਕ। ਤਾਂ ਉਸ ਤੋਂ ਬਾਅਦ ਮੈਂ ਤੇ ਦਾਦਾ ਜੀ ਰਹਿਣਾ ਸ਼ੁਰੂ ਕੀਤਾ। ਮੇਰੇ ਮਨ ਦੇ ਵਿੱਚ ਇਹੋ ਦੁੱਖ ਰਹਿਣਾ ਕਿ ਯਾਰ ਮੇਰੇ ਮੰਮੀ ਪਾਪਾ ਨਹੀਂ ਹੈਗੇ, ਮੈਂ ਦੇਖੇ ਨਹੀਂ ਆ। ਚਲੋ ਕੁਦਰਤ ਦਾ ਜੋ ਹੁਕਮ ਸੀਗਾ ਉਹ ਸਿਰ ਮੱਥੇ ਮੰਨਿਆ। ਉਸ ਤੋਂ ਉਪਰੰਤ ਮੇਰੇ ਦਾਦਾ ਜੀ ਜਿਹੜੇ ਆ ਉਹ ਬੈੱਡ ਤੇ ਪੈ ਗਏ ਤੇ ਮੇਰੀ ਮੈਰਿਜ ਹੋ ਜਾਂਦੀ ਹੈ। ਮੈਂ ਇੱਕ ਪਹਿਲਾਂ ਮੇਰੀ ਥੋੜੀ ਮਾੜੀ ਸੰਗਤ ਵੀ ਪੈ ਚੁੱਕੀ ਸੀ। ਉਸ ਤੋਂ ਬਾਅਦ ਮੇਰੇ ਦਾਦਾ ਜੀ ਨੇ ਮੇਰੀ ਮੈਰਿਜ ਕੀਤੀ ਤਾਂ ਮੇਰੀ ਵਾਈਫ ਜਿਹੜੀ ਆ ਉਹ ਵੀ ਕਰਮਜੀਤ ਉਹਨਾਂ ਦਾ ਨਾਮ ਹੈ। ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਅੱਜ ਮੈਂ ਜਿਸ ਮੁਕਾਮ ਤੇ ਪਹੁੰਚਿਆ ਇਸ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਆ। ਤੇ ਮੈਰਿਜ ਹੋਣ ਤੋਂ ਬਾਅਦ ਜਦੋਂ ਮੈਨੂੰ ਹੌਲੀ-ਹੌਲੀ ਪਤਾ ਲੱਗਾ, ਮੈਨੂੰ ਕਲਿਊ ਮਿਲਣੇ ਸ਼ੁਰੂ ਹੋਏ। ਮੇਰੇ ਦਾਦਾ ਜੀ ਦੀ ਡੈਥ ਹੋ ਗਈ 2014 'ਚ। ਥੋੜਾ ਮੈਚਿਓਰ ਹੋਇਆ ਤੇ ਅੱਜ ਤੋਂ ਕੋਈ 5-6 ਸਾਲ ਪਹਿਲਾਂ ਮੈਨੂੰ ਇੰਨਾ ਪਤਾ ਲੱਗਣਾ ਸ਼ੁਰੂ ਹੋਇਆ ਰਿਸ਼ਤੇਦਾਰਾਂ ਕੋਲੋਂ ਮਾੜਾ ਮੋਟਾ ਕਿ ਮੇਰੀ ਮਾਂ ਅਜੇ ਹੈ। ਮੈਨੂੰ ਹਿਸਟਰੀ ਦਾ ਪਤਾ ਲੱਗਾ ਕਿ ਜੋ ਹੋਇਆ ਸੀ ਵਾਪਰਿਆ ਸੀ ਉਸ ਦੌਰਾਨ ਕਿ ਮੈਨੂੰ ਮੇਰੀ ਮਾਂ ਨਾਲੋਂ ਕਿਉਂ ਵਿਛੋੜਿਆ ਗਿਆ, ਉਸ ਚੀਜ਼ ਦਾ ਮੈਨੂੰ ਫਿਰ ਪਤਾ ਲੱਗਾ ਸਾਰਾ। ਤਾਂ ਫਿਰ ਮੈਂ ਇਹ ਦੁਖੀ ਰਹਿਣਾ ਸ਼ੁਰੂ ਹੋ ਗਿਆ ਵੀ ਯਾਰ ਮੇਰੀ ਮਾਂ ਅਜੇ ਹੈ ਪਰ ਪਤਾ ਨਹੀਂ ਕਿੱਥੇ ਆ। ਮੈਂ ਬੜੀ ਭਾਲ ਕਰਨ ਦੀ, ਆਪਣੇ ਰਿਸ਼ਤੇਦਾਰਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਅਫਸੋਸ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਾ, ਉਸ ਰਾਜ ਨੂੰ ਜਿਹੜੇ ਜਾਣਦੇ ਸੀ ਮੇਰੇ ਤਾਇਆ ਤਾਈ ਜੀ, ਮੇਰੇ ਦਾਦੀ ਦਾਦਾ ਜਾਂ ਮੇਰੇ ਕੋਈ ਹੋਰ ਰਿਸ਼ਤੇਦਾਰ, ਉਹਨਾਂ ਸਾਰਿਆਂ ਦੀ ਡੈਥ ਹੋ ਚੁੱਕੀ ਸੀ ਤੇ ਮੈਂ ਇਸ ਟਾਈਮ ਇਕੱਲਾ ਆਪਣੀ ਫੈਮਿਲੀ ਦੇ ਨਾਲ ਰਹਿ ਰਿਹਾ ਸੀ। ਤਾਂ ਅਚਾਨਕ ਮੇਰੇ ਇੱਕ ਤਾਇਆ ਜੀ ਆ, ਉਹ ਮੇਰੇ ਲਿੰਕ ਦੇ ਵਿੱਚ ਆਉਂਦੇ ਆ, ਮੈਨੂੰ ਬੜਾ ਪ੍ਰੇਮ ਕਰਦੇ ਨੇ ਹੁਣ ਵੀ। ਉਹ ਮੇਰੇ ਦਾਦਾ ਜੀ ਉੱਥੇ ਜਿੱਥੇ ਜੌਬ ਕਰਦੇ ਸੀ ਉੱਥੇ ਮੇਰੇ ਫਾਦਰ ਸਾਹਿਬ ਦੀ ਮੈਰਿਜ ਤੇ ਗਏ ਸੀ ਉਹ। ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਨਹੀਂ ਤੇਰੀ ਮਾਂ ਅਜੇ ਹੈ, ਪਤਾ ਨਹੀਂ ਕਿਹੜੇ ਏਰੀਆ 'ਚ, ਸ਼ਾਇਦ ਉਹਨਾਂ ਨੂੰ ਵੀ ਫਾਈਂਡ ਆਊਟ ਨਹੀਂ ਸੀ ਹੈਗਾ। ਤਾਂ ਅਚਾਨਕ ਹੁਣ ਜਦੋਂ ਹੜ੍ਹ ਆਉਂਦੇ ਆ ਤੇ ਮੈਂ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਖਾਲਸਾ ਦੀ ਟੀਮਾਂ ਵੱਲੋਂ ਜਾਂ ਆਪਣੀ ਭਾਈ ਘਨੇਆ ਜੀ NGO ਦੇ ਵੱਲੋਂ ਫਲੱਡ ਏਰੀਆ ਦੇ ਵਿੱਚ ਮੈਂ ਸੇਵਾ ਨਿਭਾ ਰਿਹਾ ਸੀ। ਤਾਂ ਅਚਾਨਕ ਮੇਰੀ ਭੂਆ ਜੀ ਇਹ ਦੋ ਮੈਨੂੰ ਬੜਾ ਪਿਆਰ ਕਰਦੀਆਂ ਨੇ, ਉਹਨਾਂ ਦਾ ਮੈਨੂੰ ਫੋਨ ਆਇਆ ਕਿ ਬੇਟਾ ਕਿੱਥੇ ਆ? ਤੇ ਮੈਂ ਕਿਹਾ ਮੈਂ ਪਟਿਆਲੇ ਏਰੀਆ ਦੇ ਵਿੱਚ ਸੇਵਾ ਨਿਭਾ ਰਿਹਾ। ਤੇ ਉਹਨਾਂ ਦੇ ਮੂੰਹ ਚੋਂ ਜੋ ਅੱਜ ਤੱਕ 34 ਸਾਲਾਂ ਦੇ ਵਿੱਚ ਅੱਜ ਤੱਕ ਕਦੀ ਉਹਨਾਂ ਦੇ ਮੂੰਹ ਚੋਂ ਇਹ ਲਫ਼ਜ਼ ਨਹੀਂ ਨਿਕਲਿਆ ਤੇ ਉਹਨਾਂ ਦੇ ਮੂੰਹ ਚੋਂ ਨਿਕਲਿਆ ਕਿ ਤੇਰੇ ਨਾਨਕੇ ਇੱਧਰ ਸੀ ਸ਼ਾਇਦ ਕਿਤੇ। ਬਿਲਕੁਲ ਜੀ, ਇਹ ਸੇਵਾ ਦਾ ਫਲ ਹੀ ਗੁਰੂ ਸਾਹਿਬ ਨੇ ਦਿੱਤਾ ਆ। ਸੇਵਾ ਕੀਤੀ ਕਦੀ ਵਿਅਰਥ ਨਹੀਂ ਜਾਂਦੀ। ਇਸ ਵਿਸ਼ੇ ਵਾਸਤੇ ਵੀ ਆਪਾਂ ਬਾਅਦ 'ਚ ਗੱਲ ਕਰਾਂਗੇ। ਤਾਂ ਉਸ ਤੋਂ ਬਾਅਦ ਜਦੋਂ ਮੈਨੂੰ ਭੂਆ ਜੀ ਦਾ ਫੋਨ ਆਉਂਦਾ ਕਿ ਤੇਰੇ ਨਾਨਕੇ ਇੱਧਰ ਸੀ, ਤਾਂ ਮੇਰੇ ਨਾਲ ਮੇਰੀ ਫਰੈਂਡ ਸੀਗੀ, 2-3 ਹੋਰ ਫਰੈਂਡ ਸੀ। ਤਾਂ ਉਹਨਾਂ ਨੇ ਕਿਹਾ ਕਿ ਕੀ ਹੋਇਆ ਭਾਜੀ, ਸੈਡ ਕਿਉਂ ਹੋ ਗਏ ਹੋ? ਤੇ ਮੈਂ ਕਿਹਾ ਮੇਰੀ ਭੂਆ ਕਹਿ ਰਹੀ ਹੈ ਕਿ ਮੇਰੇ ਨਾਨਕੇ ਇੱਧਰ ਆ ਸ਼ਾਇਦ ਕਿਤੇ। ਤਾਂ ਉਹਨਾਂ ਨੂੰ ਮੈਂ ਆਪਣੀ ਸਟੋਰੀ ਦੱਸੀ ਤੇ ਉਹ ਉਸੇ ਟਾਈਮ ਕੰਮ ਛੱਡ ਕੇ ਕਹਿੰਦੇ ਕਿ ਆਪਾਂ ਉਹ ਪਿੰਡ ਦਾ ਨਾਮ ਪੁੱਛੋ। ਤੇ ਪਿੰਡ ਦਾ ਨਾਮ ਭੂਆ ਜੀ ਨੇ ਦੱਸਿਆ ਕਿ ਸ਼ਾਇਦ ਬੋਹੜਪੁਰ ਸੀਗਾ। ਤਾਂ ਉਹਨਾਂ ਨੂੰ ਉਹ ਪਿੰਡ ਦਾ ਪਤਾ ਸੀ, ਜਿੱਥੇ ਆਪਾਂ ਰੁਕੇ ਸੀ ਉੱਥੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਉਹ ਪਿੰਡ ਸੀ। ਤਾਂ ਮੈਂ ਖੁਸ਼ ਵੀ ਬਹੁਤ ਹੋਇਆ ਕਿ ਸ਼ਾਇਦ ਆਪਾਂ ਉਹ ਘਰ ਲੱਭ ਲਿਆ ਮੇਰੇ ਨਾਨਕਿਆਂ ਦਾ। ਤਾਂ ਆਪਾਂ ਉਸ ਬੋਹੜਪੁਰ ਪਿੰਡ ਦੇ ਵਿੱਚ ਜਿਹੜਾ ਉਹ ਆਪਣੇ ਨਾਨਕੇ ਲੱਭਣ ਵਾਸਤੇ ਪਹੁੰਚ ਗਏ। ਤਾਂ ਉਸ ਤੋਂ ਬਾਅਦ ਕਿਉਂਕਿ ਪਤਾ ਨਹੀਂ ਸੀ ਕੋਈ ਨਾਮ ਦਾ, ਮੇਰੇ ਨਾਨੇ ਨਾਨੀ ਦਾ ਕੋਈ ਨਾਂ ਨਹੀਂ ਪਤਾ, ਮੇਰੇ ਕੋਲ ਕੁਛ ਉਹਨਾਂ ਦਾ ਹੈ ਨਹੀਂ ਸੀ ਕਿ ਜਿਸ ਨਾਲ ਮੈਂ ਉਹਨਾਂ ਨੂੰ ਸਰਚ ਕਰ ਸਕਾਂ। ਤਾਂ ਮੈਂ ਆਪਣੇ ਤਾਇਆ ਜੀ ਨੂੰ ਪੁੱਛਿਆ ਕਿ ਮੈਂ ਉੱਥੇ ਆ ਚੁੱਕਿਆ ਹਾਂ, ਮੈਨੂੰ ਕਿਰਪਾ ਕਰਕੇ ਕੋਈ ਨਾ ਕੋਈ ਕਲਿਊ, ਕੋਈ ਹਿੰਟ ਦੇ ਦਿਓ, ਕੋਈ ਪਛਾਣ ਦੱਸੋ ਜਿਹਦੇ ਨਾਲ ਮੈਂ ਆਪਣਾ ਘਰੋਂ ਲੱਭ ਸਕਾਂ ਨਾਨਕਿਆਂ ਦਾ। ਤਾਂ ਮੇਰੇ ਤਾਇਆ ਜੀ ਨੇ ਦੱਸਿਆ ਕਿ ਮੈਨੂੰ ਹੋਰ ਨਾਂ ਤਾਂ ਕੋਈ ਪਤਾ ਨਹੀਂ ਆ, ਸਿਰਫ ਇੰਨਾ ਪਤਾ ਹੈ ਕਿ ਤੇਰੇ ਜਿਹੜੇ ਨਾਨਾ ਜੀ ਸੀ ਉਹਨਾਂ ਨੂੰ ਮੈਂ ਦੇਖਿਆ ਸੀ, ਉਹਨਾਂ ਦੀ ਪੈਰਾਲਾਈਜ਼ ਦੇ ਨਾਲ ਮੂੰਹ ਜਿਹੜਾ ਉਹ ਵਿੰਗਾ ਹੋ ਗਿਆ ਸੀ ਬਿਮਾਰੀ ਨਾਲ। ਤਾਂ ਮੇਰੇ ਵਾਸਤੇ ਉਹ ਕਾਫੀ ਇੱਕ ਵੱਡਾ ਕਲਿਊ ਸੀਗਾ। ਤੇ ਪਿੰਡ ਦੇ ਬਜ਼ੁਰਗ ਬੈਠੇ, ਉਹਨਾਂ ਕੋਲ ਆਪਾਂ ਡਾਇਰੈਕਟ ਪਹੁੰਚੇ ਤੇ ਉਹਨਾਂ ਨੂੰ ਮੈਂ ਪਹਿਲਾ ਕੁਐਸਚਨ ਪੁੱਟ ਕੀਤਾ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੇ ਬਜ਼ੁਰਗ ਕੋਈ 10 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਜਿਨ੍ਹਾਂ ਦੇ ਪੈਰਾਲਾਈਜ਼ ਨਾਲ ਮੂੰਹ ਵਿੰਗਾ ਹੋਇਆ। ਅੱਜ ਮੈਂ ਗੱਲ ਕਰ ਹੀ ਰਿਹਾ ਸੀ ਤੇ ਉਹਨਾਂ ਨੇ ਉਸ ਮੇਰੇ ਨਾਨਾ ਜੀ ਦਾ ਨਾਮ ਲੈ ਤਾ, ਪ੍ਰੀਤਮ ਸਿੰਘ। ਸ਼ਾਇਦ ਉਹ ਮੇਰੇ ਨਾਨਾ ਜੀ ਸੀ। ਤੇ ਘਰ ਪੁੱਛਿਆ, ਘਰ ਪਹੁੰਚੇ, ਮੈਂ ਘਰ ਦੇ ਬਾਹਰ ਗੱਡੀ ਖਿਲਾਰੀ ਹੈ, ਆਪਣੀ ਵਾਈਫ ਨੂੰ ਫੋਨ ਕੀਤਾ, ਆਪਣੇ ਇੱਕ ਦੋ ਮਿੱਤਰ ਨੂੰ ਫੋਨ ਕੀਤਾ ਕਿ ਮੈਂ ਆਪਣੇ ਨਾਨਕਿਆਂ ਦੇ ਘਰ ਫਾਈਂਡ ਆਊਟ ਕਰ ਲਿਆ ਕਿ ਮੈਂ ਜਾਵਾਂ ਅੰਦਰ, ਕਿਉਂਕਿ ਮੈਨੂੰ ਡਰ ਸੀ ਕਿ ਸ਼ਾਇਦ ਪਤਾ ਨਹੀਂ ਉਹ ਕਿਸ ਤਰ੍ਹਾਂ ਦਾ ਬਿਹੇਵ ਮੇਰੇ ਨਾਲ ਕਰਦੇ, ਕਿਉਂਕਿ ਪਹਿਲੀ ਵਾਰੀ ਚੱਲਿਆ ਸੀ। ਤਾਂ ਉਹਨਾਂ ਨੇ ਕਿਹਾ ਕਿ ਨਹੀਂ ਤੈਨੂੰ ਜਾਣਾ ਚਾਹੀਦਾ ਜ਼ਰੂਰ। ਤਾਂ ਮੇਰੀ ਗੱਡੀ ਦੇ ਅੱਗੋਂ ਇੱਕ ਬਜ਼ੁਰਗ ਔਰਤ ਲੰਘੇ ਆ ਤੇ ਮੈਂ ਆਪਣੀ ਫਰੈਂਡ ਨੂੰ ਕਿਹਾ, ਮੈਂ ਕਿਹਾ ਹੋ ਸਕਦਾ ਮੇਰੀ ਨਾਨੀ ਹੋਵੇ ਉਹ। ਤਾਂ ਉਹੀ ਗੱਲ ਹੋਈ, ਜਦੋਂ ਮੈਂ ਘਰ ਪਹੁੰਚਿਆ, ਦਰਵਾਜ਼ਾ ਖੜਕਾਇਆ, ਉਹੀ ਬਜ਼ੁਰਗ ਔਰਤ ਬਾਹਰ ਨਿਕਲੇ ਜਿਨ੍ਹਾਂ ਨੂੰ ਮੈਂ ਕਿਹਾ ਸੀ ਮੇਰੀ ਨਾਨੀ ਹੋਣਗੇ। ਤਾਂ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਮੈਂ ਕਿਹਾ ਤੁਹਾਨੂੰ ਮਿਲਣਾ ਆ। ਉਹਨਾਂ ਨੇ ਅੰਦਰ ਬਿਠਾਇਆ, ਉਹ ਪਾਣੀ ਲੈ ਕੇ ਆਏ ਤੇ ਮੈਨੂੰ ਉਹਨਾਂ ਨੇ ਪਹਿਲਾ ਲਫ਼ਜ਼ ਕਿਹਾ ਕਿ ਮੈਂ ਤੈਨੂੰ ਸ਼ਾਇਦ ਦੇਖਿਆ ਕਿਤੇ। ਤਾਂ ਮੇਰੀਆਂ ਅੱਖਾਂ 'ਚ ਵੀ ਥੋੜ੍ਹੇ ਹੰਝੂ ਆਏ
ਤੇ ਮੇਰੇ ਨਾਲ ਦਿਆਂ ਨੇ ਫਿਰ ਉਹਨਾਂ ਨੂੰ ਪੁੱਛਣਾ ਸ਼ੁਰੂ ਕੀਤਾ ਉਹਨਾਂ ਦੀ ਬੱਚਿਆਂ ਦੀ ਹਿਸਟਰੀ ਬਾਰੇ ਕਿ ਤੁਹਾਡੇ ਕਿੰਨੇ ਬੱਚੇ ਆ। ਤਾਂ ਉਹਨਾਂ ਨੇ ਦੱਸਿਆ, ਪਹਿਲਾਂ ਥੋੜਾ ਉਹ ਹਿਚਕਚਾਏ ਦੱਸਣ ਤੋਂ ਵੀ ਇਹ ਕਿਉਂ ਅਨਨੋਨ ਪਰਸਨ ਮੈਨੂੰ ਇਦਾਂ ਦੇ ਕੁਐਸਚਨ ਪੁੱਟ ਕਰ ਰਹੇ ਆ। ਪਰ ਫਿਰ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਕਿ ਹਾਂ ਮੇਰੀਆਂ 4 ਬੇਟੀਆਂ ਆ, 1 ਬੇਟਾ ਆ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਕੋਈ ਬੇਟੀ ਤੁਹਾਡੀ ਇਦਾਂ ਦੀ ਜਿਨ੍ਹਾਂ ਨੂੰ ਉਹਨਾਂ ਦੇ ਹਸਬੈਂਡ ਤੋਂ ਬਾਅਦ ਤੁਸੀਂ ਵਾਪਸ ਲੈਂਦਾ ਹੋਵੇ ਜਾਂ ਅੱਗੋਂ ਕਿਤੇ ਮੈਰਿਜ ਕੀਤੀ ਹੋਏ। ਤਾਂ ਉਹਨਾਂ ਨੇ ਝਿਜਕਾਉਂਦਿਆਂ ਹੋਇਆਂ ਦੱਸਿਆ ਕਿ ਹਾਂ ਮੇਰੀ ਇੱਕ ਬੇਟੀ ਜਿਹਦਾ ਕਰਨਾਲ ਮਧੂਬਨ ਹਰਿਆਣੇ ਦੇ ਵਿੱਚ ਵਿਆਹ ਹੋਇਆ ਸੀ, ਤਾਂ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ ਸੀ। ਉਹਨਾਂ ਦਾ ਇੱਕ ਬੇਟਾ ਸੀਗਾ ਸੋਨੂ। ਤੇ ਉਦੋਂ ਫਿਰ ਮੈਂ ਖੜਾ ਹੋ ਕੇ ਆਪਣੀ ਨਾਨੀ ਦੇ ਅੱਗੇ ਖੜਾ ਹੋਇਆ ਕਿ ਉਹ ਬਦਨਸੀਬ ਸੋਨੂ ਤੁਹਾਡੇ ਸਾਹਮਣੇ ਖੜਾ ਆ। ਉਸ ਵੇਲੇ ਤੁਸੀਂ ਮੇਰੀ ਮਾਂ ਦੇ ਮਿਲਾਪ ਦੀ ਜਿਹੜੀ ਵੀਡੀਓ ਵੇਖੀ ਹੈ ਰੂਬਰੂ, ਉੱਦਾਂ ਹੀ ਮੇਰੀ ਨਾਨੀ ਮੈਨੂੰ ਮਿਲੀ। ਮੇਰੀਆਂ ਅੱਖਾਂ ਅੱਗੇ ਵੀ ਹਨੇਰਾ ਛਾ ਗਿਆ ਕਿ ਮਤਲਬ ਮੈਂ ਆਪਣੇ ਨਾਨਕਿਆਂ ਦੇ ਪਰਿਵਾਰ 'ਚ ਪਹੁੰਚ ਚੁੱਕਿਆ। ਬਹੁਤ ਜ਼ਿਆਦਾ ਇਮੋਸ਼ਨਲ ਮੈਂ ਵੀ ਤੇ ਮੇਰੀ ਨਾਨੀ ਵੀ ਹੋਏ ਉਦੋਂ। ਤੇ ਮੇਰੇ ਫਰੈਂਡਸ ਨੇ ਮੈਨੂੰ ਕੰਟਰੋਲ ਕਰਕੇ ਬਿਠਾਇਆ। ਆਪਾਂ 1 ਘੰਟੇ ਬਾਅਦ ਥੋੜਾ ਸਟੇਬਲ ਹੋ ਕੇ ਫਿਰ ਆਪਾਂ ਸਾਡੀ ਜਿਹੜੀ ਉਹ ਗੱਲਬਾਤ ਸ਼ੁਰੂ ਹੋਈ ਸਾਰੀ। ਆਪਣੇ ਆਪ ਨੂੰ ਕੋਸਦਾ ਰਿਹਾ ਵਾਂ ਜਦੋਂ ਦੀ ਮੇਰੀ ਮਾਂ ਮੈਨੂੰ ਮਿਲੀ ਹੈ ਕਿ ਮੇਰੀ ਮਾਂ ਜਿਹੜੀ ਆ ਉਹ ਮੈਂ ਉਹਨੂੰ ਕੱਲ ਮੈਂ ਫੋਨ ਕਰਕੇ ਪੁੱਛਿਆ ਕਿ ਮੰਮੀ ਕਿੱਦਾਂ ਗਈ ਆ ਵਾਪਸ। ਕਹਿ ਰਹੀ ਕਿ ਮੈਂ ਆਟੋ ਤੇ ਬਹਿ ਕੇ ਚਲੇ ਗਈ ਆ ਵਾਪਸ। ਮੈਂ ਕਿਹਾ ਆਈ ਕਿੱਦਾਂ ਸੀ? ਕਹਿੰਦੀ ਬੱਸ ਤੇ। ਤਾਂ ਮੈਂ ਆਪਣੇ ਆਪ ਨੂੰ ਕੋਸਿਆ ਕਿ ਯਾਰ ਮੈਂ ਅੱਜ ਤੱਕ ਬੱਸ ਦਾ ਕਦੀ ਸਫ਼ਰ ਨਹੀਂ ਕੀਤਾ, ਕਦੀ ਸ਼ਕਲ ਨਹੀਂ ਦੇਖੀ, ਤੇ ਮੇਰੀ ਮਾਂ ਲੱਤ ਟੁੱਟੀ ਦੇ ਬਾਵਜੂਦ ਵਾਕਰ ਦੇ ਨਾਲ ਬੱਸ ਦੇ ਵਿੱਚ ਸਫ਼ਰ ਕਰ ਰਹੀ ਹੈ। ਤੇ ਬੜਾ ਆਪਣੇ ਆਪ ਨੂੰ ਮੈਂ ਕੋਸਦਾ ਇਸ ਚੀਜ਼ ਬਾਰੇ। ਪਰ ਇਹ ਗੁਰੂ ਸਾਹਿਬ ਦਾ ਹੁਕਮ ਹੈ, ਉਹਨੇ ਦੁੱਖ ਸੁੱਖ ਸਾਰੇ ਉਹਨੇ ਲਿਖੇ ਹੋਏ ਆ ਜ਼ਿੰਦਗੀ ਦੇ। ਬਸ ਇਸੇ ਗੱਲ ਦਾ ਦੁੱਖ ਸੀਗਾ ਕਿ ਮੈਂ ਕਈਆਂ ਮਾਵਾਂ ਦੇ, ਕਿਉਂਕਿ ਮੈਂ ਸ਼ੁਰੂ ਤੋਂ ਬਚਪਨ 'ਚ ਆਪਣੇ ਪੇਰੈਂਟਸ ਨਹੀਂ ਦੇਖੇ, ਆਪਣੇ ਰਿਸ਼ਤੇ ਨਹੀਂ ਕੋਈ ਦੇਖੇ। ਤਾਂ ਮੈਂ ਸੰਗਤਾਂ ਦੇ ਵਿੱਚੋਂ ਜਦੋਂ ਮੈਂ ਮੈਚਿਓਰ ਹੋਇਆ ਤੇ ਮੈਂ ਸਮਾਜ ਸੇਵਾ ਦੇ ਵਿੱਚ ਆਪਣਾ ਮੈਨੂੰ ਲੋਕਾਂ ਦੇ ਵਿੱਚ ਜਿਹੜੀਆਂ ਮਾਵਾਂ ਸੀਗੀਆਂ ਉਹਨਾਂ ਦੇ ਵਿੱਚ ਮੈਂ ਆਪਣੀ ਮਾਂ ਦੇਖਦਾ ਸੀਗਾ। ਬੜੀਆਂ ਮਾਵਾਂ ਦੇ ਆਪਰੇਟ ਕਰਾਏ ਆ, ਕਈਆਂ ਦੇ ਕਰੋਨਾ ਦੇ ਵਿੱਚ ਮੈਂ ਤਕਰੀਬਨ 10 ਡੈੱਡ ਬੋਡੀਆਂ ਦੀ ਸਾਡੀ ਟੀਮ ਨੇ ਸੰਸਕਾਰ ਵੀ ਕੀਤੇ ਆ। ਮਤਲਬ ਬੜਾ ਕੁਛ ਗੁਰੂ ਸਾਹਿਬ ਨੇ ਸੇਵਾਵਾਂ ਲਈਆਂ ਨੇ, ਸ਼ਾਇਦ ਉਹਦਾ ਇਹ ਦਿੱਤਾ ਆ ਮਹਾਰਾਜ ਨੇ ਫਲ। ਬਟ ਅਫਸੋਸ ਇਸ ਗੱਲ ਦਾ ਸੀ ਕਿ ਮੇਰੀ ਆਪਣੀ ਮਾਂ ਜਿਹੜੀ ਆ ਉਹ ਇਹ ਹਾਲਾਤਾਂ ਦੇ ਵਿੱਚ ਰਹਿ ਰਹੀ ਸੀ। ਦੇਖੋ ਖੁਸ਼ੀ ਸੀ ਮਾਂ ਨੂੰ ਮਿਲਣ ਦੀ ਕਿ ਮੇਰਾ ਰੱਬ ਮੈਨੂੰ ਮਿਲਿਆ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ। ਜਨਮ ਤੋਂ ਬਾਅਦ ਮੈਂ ਅੱਜ ਮਾਂ ਦੇ ਦਰਸ਼ਨ ਕੀਤੇ ਸੀਗੇ। ਬਟ ਉਸ ਤੋਂ ਬਾਅਦ ਮੈਨੂੰ ਖੁਸ਼ੀ ਤੇ ਸੀ, ਬਟ ਮਨ ਦੇ ਵਿੱਚ ਇਹ ਦੁੱਖ ਸੀ ਕਿ ਸਾਰੇ ਦੁੱਖ ਜਿੰਨੇ ਵੀ ਦੁੱਖ ਸੀ, ਸ਼ਾਇਦ ਜੇ ਮੈਨੂੰ ਅੱਜ ਗੁਰੂ ਸਾਹਿਬ ਨੇ ਸੁੱਖ ਦਿੱਤੇ ਆ ਸਾਰੇ ਦੁਨਿਆਵੀ, ਤਾਂ ਉਹ ਮਾਂ ਨੇ ਮੇਰੇ ਹਿੱਸੇ ਦੇ ਦੁੱਖ ਵੀ ਜਿਹੜੇ ਉਹ ਆਪ ਲੱਲੇ ਸਾਰੇ। ਉਹ ਦੁੱਖ ਲੈ ਕੇ ਮੇਰੀ ਮਾਂ ਦੀ ਸਾਰੀ ਦੁੱਖਾਂ ਭਰੀ ਜ਼ਿੰਦਗੀ ਰਹੀ ਤੇ ਮੈਨੂੰ ਉਹਨੇ ਅਸੀਸਾਂ ਦਿੱਤੀਆਂ ਸਾਰੀ ਉਮਰ। ਇਹ ਉਹਦੀਆਂ ਅਸੀਸਾਂ ਦੁਆਵਾਂ ਦਾ ਹੀ ਕਰਕੇ ਮੈਂ ਅੱਜ ਇੱਥੋਂ ਤੱਕ ਪਹੁੰਚਿਆ ਔਰ ਮੇਰੀ ਮਾਂ ਨੇ ਸਾਰੇ ਦੁੱਖ ਲੱਲੇ। ਥੋੜਾ ਸਮਾਂ ਮਿਲਿਆ ਸੀ ਮਾਂ ਲਾਗੇ ਬੈਠਣ ਦਾ, ਕਿਉਂਕਿ ਲੇਟ ਉਸ ਨਾਈਟ ਕਾਫੀ ਹੋ ਚੁੱਕੀ ਸੀ। ਤਾਂ ਹੁਣ ਤਾਂ ਖੈਰ ਫੋਨ ਤੇ ਡੇਲੀ ਗੱਲ ਹੁੰਦੀ ਹੈ। ਮੈਂ ਅਗਲੇ ਹਫਤੇ ਆਪਣੀ ਮਾਂ ਨੂੰ ਲੈ ਕੇ ਵੀ ਆਉਣਾ ਆਪਣੇ ਕੋਲ। ਗੱਲ ਉਹਨਾਂ ਨੇ ਇਹ ਦੱਸੀਆਂ ਸੀ ਉਹਨਾਂ ਦੇ ਸੰਘਰਸ਼, ਕਿਉਂਕਿ ਮੇਰੇ ਜਿਹੜੇ ਨਾਨਕਾ ਪਰਿਵਾਰ ਮੈਨੂੰ ਮਿਲਿਆ, ਮਾਸੀਆਂ, ਮੇਰੇ ਮਾਮਾ ਜੀ ਵੈਲ ਸੈਟਲਡ ਨੇ, ਸਾਰੇ ਫੋਰਨ ਦੇ ਵਿੱਚ ਨੇ, ਵਧੀਆ ਉਹਨਾਂ ਦਾ ਨਾਮ ਆ। ਔਰ ਮੇਰੀ ਮਾਂ ਦੀ ਟੇਕ ਕੇਅਰ ਉਹ ਹੁਣ ਤੱਕ ਕਰਦੇ ਆ ਰਹੇ ਨੇ। ਬਟ ਮੇਰੀ ਮਾਂ ਨੇ ਦੱਸਿਆ ਕਿ ਮੈਂ ਕਦੀ ਵੀ ਕਿਸੇ ਤੇ ਡਿਪੈਂਡ ਨਹੀਂ ਰਹੀ। ਆਪਣੇ ਆਪ ਤੇ ਵਾਕਰ ਦੇ ਨਾਲ ਐਕਸੀਡੈਂਟ, ਲੱਤ ਟੁੱਟੀ ਹੋਣ ਦੇ ਬਾਵਜੂਦ ਵੀ 6000 ਰੁਪਏ ਤੇ ਨੌਕਰੀ ਉਹ ਕਰਦੀ ਰਹੀ ਮਾਂ ਮੇਰੀ। ਤਾਂ ਹੁਣ ਵੀ ਉਹ ਸਿਰਫ ਮਾਂ ਪੁੱਤ, ਜਿਹੜਾ ਮੇਰਾ ਇੱਕ ਛੋਟਾ ਬ੍ਰਦਰ ਵੀ ਮੈਂ ਕਹਿ ਸਕਦਾ ਉਹਨੇ 10th ਕਰ ਲਈ ਆ ਔਰ ਉਹ ਵੀ ਕਿਤੇ ਕੰਮ ਕਰਦਾ ਆ ਪੜ੍ਹਾਈ ਤੋਂ ਬਾਅਦ। 4000 ਰੁਪਏ ਉਹ ਲੈਂਦਾ ਆ। ਤੇ ਕੱਲ ਵੀ ਮੈਂ ਫੋਨ ਦੇ ਵਿੱਚ ਸੁਣ ਰਿਹਾ ਸੀ ਕਿ ਮਾਂ ਮੇਰੀ ਆਪਣੇ ਉਹਨੂੰ ਬੇਟੇ ਨੂੰ ਕਹਿ ਰਹੀ ਸੀ ਕਿ ਮੈਨੂੰ ਡੱਬੇ ਲਿਆ ਦੇ, ਮੈਂ ਘਰ ਮਠਿਆਈ ਦੇ ਡੱਬੇ ਬਣਾ ਲਿਆ ਕਰਾਂ। ਯਾਨੀ ਕਿ ਉਹਨੇ ਅਜੇ ਤੱਕ ਆਪਣਾ ਸਟਰਗਲ ਨਹੀਂ ਛੱਡਿਆ। ਬਸ ਕੱਲ ਵੀ ਮੈਂ ਫੋਨ ਕੀਤਾ ਕਿ ਮੈਂ ਕਿੱਦਣ ਆਉਣਾ ਆ। ਬਸ ਉਹਨਾਂ ਦਾ ਕਹਿਣਾ ਸੀ ਕਿ ਮੈਂ ਨੂਰ ਦਾ ਥੋੜਾ ਕੰਮ ਚੱਲ ਰਿਹਾ ਆ, ਉਹਦੀ ਮੈਂ ਸੈਟਿੰਗ ਕਰਕੇ ਤੇ ਮੈਂ ਤੈਨੂੰ ਫੋਨ ਕਰਦੀ ਆ, ਫਿਰ ਮੈਂ ਤੇਰੇ ਨਾਲ ਆਵਾਂਗੀ ਇੱਥੇ, ਫਿਰ ਮੈਂ ਲੈ ਕੇ ਆਉਣਾ। ਮਨ ਤੇ ਮੇਰਾ ਬਹੁਤ ਦੁਖਦਾ ਆ ਜਦੋਂ ਆਪਣੀ ਮਾਂ ਦੇ ਹਾਲਾਤ ਵੇਖਦਾ ਆ। ਪਰ ਉਹ ਜਦੋਂ ਵੀ ਮੈਂ ਉਹਨੂੰ ਇਹ ਕਹਿਣਾ ਆ ਕਿ ਮਾਂ ਤੇਰੇ ਬੱਚੇ ਦੇ ਕੋਲ 2 ਗੱਡੀਆਂ ਲੱਗੀਆਂ ਆ ਬਾਹਰ, ਮੇਰੇ ਕੋਲ ਘਰ-ਬਾਰ ਗੁਰੂ ਰਾਮਦਾਸ ਜੀ ਨੇ ਬੜਾ ਕੁਛ ਬਖਸ਼ਿਸ਼ ਕੀਤਾ ਆ, ਸਾਰਾ ਕੁਛ ਪਿਆਰ ਬਖਸ਼ਿਸ਼ ਕੀਤਾ, ਇੱਜ਼ਤ ਬਖਸ਼ਿਸ਼ ਕੀਤੀ ਆ। ਤਾਂ ਮੇਰੀ ਮਾਂ ਦਾ ਇੱਕੋ ਕਹਿਣਾ ਕਿ ਪੁੱਤ ਮੇਰਾ ਪੁੱਤ ਮੈਨੂੰ ਮਿਲ ਗਿਆ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਸਾਰਾ ਕੁਝ ਮਿਲ ਗਿਆ, ਮੈਂ ਦੁਖੀ ਨਹੀਂ ਹੈਗੀ, ਮੈਂ ਬਿਲਕੁਲ ਠੀਕ ਹਾਂ। ਉਹਦਾ ਇੱਕੋ ਹੀ ਲਫ਼ਜ਼ ਮੈਨੂੰ ਇਹ ਸੁਣਨ ਨੂੰ ਮਿਲਦਾ। ਬੜੀ ਵਾਰੀ ਮੌਤ ਦੇ ਮੂੰਹ 'ਚੋਂ ਮੇਰੀ ਮਾਂ ਜਿਹੜੀ ਉਹ ਬਚ ਕੇ ਆਉਂਦੀ ਰਹੀ ਆ। ਸ਼ਾਇਦ ਉਹਦੇ ਉਮੀਦ ਸੀ ਉਹਨੂੰ ਕਿ ਮੇਰਾ ਸੋਨੂ ਪੁੱਤ ਇੱਕ ਹੈ, ਉਹ ਜਦੋਂ ਜਵਾਨ ਹੋਏਗਾ ਮੈਨੂੰ ਲੱਭਦਾ ਲਭਾਉਂਦਾ ਮੇਰੇ ਤੱਕ ਕਦੀ ਨਾ ਕਦੀ ਜ਼ਰੂਰ ਪਹੁੰਚੇਗਾ। ਉਹ ਰੋਜ਼ ਮੈਨੂੰ ਮਿਣਦੀ ਸੀ ਕਿ ਮੇਰਾ ਪੁੱਤ ਕਿੱਡਾ ਵੱਡਾ ਜਵਾਨ ਹੋ ਗਿਆ ਹੋਏਗਾ। ਉਹ ਭੁੱਲੀ ਨਹੀਂ ਸੀ ਮੈਨੂੰ, ਪਰ ਮਾਂ ਕਦੀ ਵੀ ਆਪਣੇ ਪੁੱਤ ਨੂੰ ਨਹੀਂ ਭੁੱਲਦੀ। ਇਸ ਬਾਰੇ ਗੁਰੂ ਸਾਹਿਬ ਵੀ ਪ੍ਰਤੱਖ ਕਰ ਸਕਦੇ ਨੇ ਇਸ ਚੀਜ਼ ਨੂੰ। ਸਾਡੇ ਕਰਮਾਂ ਦੇ ਲੈਣੇ ਦੇਣੇ ਜੋ ਵੀ ਆ ਉਹ ਗੁਰੂ ਸਾਹਿਬ ਬੈਠ ਕੇ ਲਿਖਦੇ ਨੇ। ਮੈਨੂੰ ਪਰਮਾਤਮਾ ਨਾਲ ਕੋਈ ਸ਼ਿਕਾਇਤ ਨਹੀਂ ਹੈ।
ਗੁਰੂ ਰਾਮਦਾਸ ਮਹਾਰਾਜ ਨੇ ਜੋ ਵੀ ਕੀਤਾ ਉਹ ਚੰਗੇ ਵਾਸਤੇ ਕੀਤਾ। ਦੇਖੋ ਮੈਂ ਇੱਕ ਬੜੀ ਵੱਡੀ ਗੱਲ ਕਹਿਣੀ ਚਾਹੁੰਦਾ ਆ ਕਿ ਮੈਨੂੰ ਮੇਰੀ ਮਾਂ ਮਿਲੀ ਦੀ ਬੜੀ ਖੁਸ਼ੀ ਆ, ਔਰ ਦੁੱਖ ਇਸ ਗੱਲ ਦਾ ਵੀ ਆ ਕਿ ਮੇਰੀ ਮਾਂ ਨਾਲੋਂ ਮੈਨੂੰ ਕਿਉਂ ਵਿਛੋੜਿਆ ਗਿਆ। ਬਟ ਆਪਾਂ ਇੱਥੇ ਰੁਕ ਕੇ ਇਹ ਸੋਚੀਏ ਜ਼ਰਾ ਕਿ ਜੇ ਅੱਜ ਮੈਂ ਆਪਣੀ ਮਾਂ ਦੇ ਕੋਲ ਹੁੰਦਾ, ਮਤਲਬ ਮੈਂ ਉਹ ਨਹੀਂ ਕਹਿ ਰਿਹਾ ਕਿ ਮੈਨੂੰ ਮਾਂ ਨੂੰ ਵਿਛੋੜਿਆ ਗਿਆ ਤੇ ਮੈਂ ਚੰਗਾ ਹੋ ਗਿਆ, ਬਟ ਤੁਸੀਂ ਇਹ ਸੋਚੀਏ, ਆਪਾਂ ਜਰਾ ਕਿ ਇਮੇਜਿਨ ਕਰਕੇ ਦੇਖੀਏ ਕਿ ਹੋ ਸਕਦਾ ਅੱਜ ਮੈਂ ਭਾਈ ਜਗਜੀਤ ਸਿੰਘ ਨਾ ਹੁੰਦਾ, ਮੇਰੀ ਲਾਈਫ ਕੋਈ ਹੋਰ ਹੁੰਦੀ। ਮੈਂ ਇਸ ਪਾਸੇ ਇਹ ਕਹਿਣਾ ਚਾਹੁੰਦਾ ਵੀ ਉਹ ਪ੍ਰਮਾਤਮਾ ਜੋ ਕਰਦਾ ਆ ਉਹ ਸਹੀ ਕਰਦਾ, ਉਹਨੇ ਜੋ ਵੀ ਕੀਤਾ ਸਹੀ ਕੀਤਾ। ਮੈਂ ਆਪਣੀ ਕਿਸਮਤ ਨੂੰ ਕਿਸੇ ਨੂੰ ਨਹੀਂ ਕੋਸਦਾ।